ਦੁੱਧ ਤੁਹਾਡੇ ਡਬਲ ਕੰਮ ਕਰਦਾ ਜੀ, એનર્ਜੀ ਦਾ ਕੰਮ, ਜੁਲਾਬ ਦਾ ਕੰਮ, ਤੇ ਉਹ ਹਫਤੇ 'ਚ 2 ਵਾਰੀ ਪੱਠੇ ਹੋਏ ਕਬੂਤਰਾਂ ਨੂੰ ਦੇਣਾ ਚਾਹੀਦਾ। ਤੇ ਕੋਸ਼ਿਸ਼ ਕਰਨੀ ਚਾਹੀਦੀ ਇਹਤਿਆਤ ਨਾਲ, ਇਹ ਨਹੀਂ ਕਿ ਇਹਤਿਆਤ ਦੁੱਧ ਦੇਣ ਦੇ ਵਿੱਚ ਨਰਮ ਨਾਜ਼ੁਕ ਹੁੰਦੇ ਨੇ ਕਬੂਤਰਾਂ ਦੇ ਉਹ ਗੁੱਲੇ, ਪਰ ਤੇ ਉਹ ਬਾਹਰ ਸ਼ਿਕਾਰੀ ਹਜ਼ਰਾਤ ਜਿਹੜੇ ਨੇ ਉਹ ਤੋੜ ਬੈਂਦੇ ਨੇ। ਇਸ ਚੀਜ਼ ਨੂੰ ਮੇਨਟੇਨ ਰੱਖਦਿਆਂ ਪਹਿਲੇ ਜਿੰਨੇ ਚਿਕਰ ਗੁੱਲੇ ਨਿਕਲਦੇ ਨੇ ਉਹਨਾਂ ਦੇ ਵਿੱਚ ਤੁਸੀਂ ਘਿਓ ਦੇਣਾ ਸ਼ੁਰੂ ਕਰ ਦਿਓ। ਉਸ ਤੋਂ ਬਾਅਦ ਕਬੂਤਰ ਪਰ ਹੋਣਾ ਸ਼ੁਰੂ ਹੋ ਜਾਂਦੇ ਨੇ, ਉਸ ਟਾਈਮ ਉਹਨਾਂ ਨੂੰ ਤੁਸੀਂ ਦੁੱਧ ਦੇਣਾ ਸ਼ੁਰੂ ਕਰ ਦਿਓ। ਸਰਦਾਰ ਜੀ ਜਿਹੜੇ ਆਪਣਾ ਦੁੱਧ ਦੀ ਮਕਦਾਰ ਹੈ ਜਾਂ ਇਹਦੇ ਪਾਣੀ ਦੀ ਮਿਲਾਵਟ ਕਰਨੀ ਚਾਹੀਦੀ ਜਾਂ ਉਹ ਥੋੜਾ ਜਿਹਾ ਦੱਸ ਦਿਓ ਨਾਜ਼ਰੀਨ ਜਿਹੜੇ ਸਾਡੇ ਦੋਸਤ ਵੀਡੀਓ ਵੇਖ ਰਹੇ ਨੇ ਉਹਨਾਂ ਨੂੰ। ਜਿਹੜਾ ਇਰਫਾਨ ਭਾਈ ਮਿਲਾਵਟ ਕਰ ਲਓ ਬਿਹਤਰ ਹੈ, ਨਾ ਕਰੋ ਤਾਂ ਵੀ ਕੋਈ ਹਰਜ ਨਹੀਂ। ਜਿਹੜੀ ਇਹ ਫਰਵਰੀ ਦਾ ਮਹੀਨਾ ਹੁੰਦਾ ਨਾ ਜੀ, ਮਾਰਚ ਤੱਕ, ਮਾਰਚ ਦਾ ਦਾਖ ਲਓ, ਤੇ ਇਹ ਮੌਸਮ ਠੰਡਾ ਹੁੰਦਾ। ਸਿਰਫ ਕਬੂਤਰ ਦੁੱਧ ਦਾ ਮਸਲਾ ਉਸ ਟਾਈਮ ਬਣਦਾ ਜਿਸ ਟਾਈਮ ਗਰਮੀ ਹੁੰਦੀ ਹੈ, ਦੁੱਧ ਅੰਦਰ ਕੋਟੇ ਦੀ ਹੀਟ ਦੇ ਨਾਲ ਉਹ ਫੁੱਟੀਆਂ ਹੋ ਜਾਂਦਾ, ਉਹ ਫਿਰ ਹਜ਼ਮ ਨਹੀਂ ਹੁੰਦਾ। ਖੁਰਾਕ ਜਿਹਨੇ ਬਾਹਰ ਸ਼ਿਕਾਰੀਆਂ ਨੂੰ ਨਹੀਂ ਪਤਾ ਲੱਗਦਾ, ਦੁੱਧ ਦੇ ਦਿੰਦੇ ਨੇ, ਉਹ ਹਫਤਾ ਪੋਟੀ ਜਿਹੜੀ ਉਹ ਅੰਦਰ ਜੰਮੀ ਰਹਿੰਦੀ, ਉਹ ਪੋਟਾ ਰੁਕ ਜਾਂਦਾ, ਕਬੂਤਰ ਸੁੱਕਣਾ ਸ਼ੁਰੂ ਹੋ ਜਾਂਦਾ। ਫਿਰ ਬੈਠੇ ਵੇਖ ਲੈਂਦੇ ਨੇ ਵੀ ਯਾਰ ਗਜ਼ਾ ਤਾਂ ਹੈ, ਉਹ ਕਬੂਤਰ ਫਿਰ ਮਰ ਜਾਂਦਾ। ਜਾਂ ਅਗਰ ਕੋਈ ਵੇਖ ਲਵੇ ਤਾਂ ਮੁੜ ਉਹਨੂੰ ਪਲਟ ਕੇ ਸਾਫ਼ ਸੁਥ ਕੀਤਾ, ਉਸ ਤੋਂ ਬਾਅਦ ਦਵਾਈ ਸ਼ਵਾਈ ਦਿੱਤੀ ਤਾਂ ਬਿਹਤਰ ਹੋ ਗਿਆ। ਤੇ ਜਿਹੜੇ ਆ ਮਾਰਚ ਦੇ 15-20 ਤਰੀਕ ਤੱਕ ਨਾ ਕੋਈ ਹਰਜ ਨਹੀਂ। ਮੱਝ ਦਾ ਦੁੱਧ ਦੇ ਵਿੱਚ ਪਾਣੀ ਪਾ ਸਕਦੇ ਹੋ, ਮਲਾਈ ਵੀ ਲਾ ਸਕਦੇ ਹੋ। ਅਗਰ ਬੱਕਰੀ ਦਾ ਦੁੱਧ ਹੈ ਉਹਨੂੰ ਵੈਸੇ ਗਰਮ ਕਰਕੇ ਦੇ ਦਿਓ ਤੇ ਕਬੂਤਰ ਪਚਾ ਜਾਂਦੇ ਨੇ। ਮਾਸ਼ਾਅੱਲਾ ਸਰਦਾਰ ਜੀ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਸਰਦਾਰ ਜੀ ਸਾਨੂੰ ਜਿਹੜਾ ਨਾ ਸਿਰਫ ਕੋਈ ਇੱਕ ਛੋਟਾ ਜਿਹਾ ਸਾਨੂੰ ਨੁਕਸਾ ਦੱਸ ਦਿਓ ਦੋਸਤਾਂ ਨੂੰ ਕਬੂਤਰਾਂ ਦੀ ਮਰਜ਼ ਦੇ ਹਵਾਲੇ ਨਾਲ, ਚਾਹੇ ਦੱਸ ਦਿਓ, ਚਾਹੇ ਜੋ ਵੀ ਤੁਹਾਡੇ ਸਮਝ 'ਚ ਆਉਂਦਾ ਹੈ, ਕਿ ਜਿਹੜੇ ਦੋਸਤ ਵੇਖਣ ਤੇ ਉਹਨਾਂ ਦਾ ਫਾਇਦਾ ਚੱਕਣ, ਕਿ ਉਹਨਾਂ ਨੂੰ ਪਤਾ ਲੱਗੇ ਕਿ ਵਾਕਈ ਇਸ ਵੀਡੀਓ 'ਚ ਸਾਨੂੰ ਜਿਹੜਾ ਨਾ ਸਭ ਤੋਂ ਕਾਰਮ ਚੀਜ਼ ਇਹ ਮਿਲੀ। ਇਰਫਾਨ ਭਾਈ ਦੋ ਚੀਜ਼ਾਂ ਨੇ, ਬਾਕੀ ਹੁਣ ਤਾਂ ਜਦੀਦ ਦੌਰ ਜਿਹੜਾ ਮੈਡੀਕਲੀ ਲਿਹਾਜ਼ ਨਾਲ ਤਾਂ ਹਰ ਬੰਦਾ ਸਿਆਣਾ। ਸਹੀ, ਮੇਰੇ ਤੋਂ ਵੀ ਮੈਂ ਨਾ ਜੀ ਬਹੁਤ ਦੁਨੀਆ ਸਿਆਣੀ ਜੀ ਮੈਡੀਕਲ। ਸਾਨੂੰ ਦੇਸੀ ਇੱਕ ਤਰੀਕਾ ਕਾਰ ਹੈ ਜੀ ਜਿਹੜਾ ਅਸੀਂ ਯੂਜ਼ ਕਰਨੇ ਹਾਂ। ਤੁਸੀਂ ਆਪਣੇ ਕਬੂਤਰਾਂ ਤੇ? ਹਾਂਜੀ, ਆਪਣੇ ਕਬੂਤਰਾਂ ਤੇ ਅਲਹਮਦੁਲਿਲਾ ਨਾ ਜੀ ਅਸੀਂ ਉਹ ਯੂਜ਼ ਕਰਦੇ। ਕਿੰਨੇ ਕਰਸੇ ਤੋਂ ਸਰਦਾਰ ਜੀ ਜਿਹੜਾ ਤਕਰੀਬਨ ਸ਼ੁਰੂ ਤੋਂ ਯੂਜ਼ ਹੋ ਰਿਹਾ ਜੀ, ਵਾਲਦ ਸਾਹਿਬ ਦਾਦਾ ਸਾਹਿਬ ਦੇ ਸ਼ੌਕ ਤੋਂ। ਤੇ ਇੱਕ ਮਿੱਟੀ ਜੀ, ਉਹ ਮਸਲਨ ਜਿਹੜਾ ਹੁੰਦਾ ਨਾ ਜੀ ਸਰਦੀ ਦਾ ਮੌਸਮ ਜੀ, ਉਹਦੇ ਵਾਸਤੇ ਬਹੁਤ ਹੀ ਅਥੈਂਟਿਕ ਮਿੱਟੀ ਜੀ। ਤੰਦੂਰ ਦਾ ਇੱਕ ਕੜਾ ਹੁੰਦਾ ਜਿਹਦੇ ਵਿੱਚ ਰੋਟੀ ਲੱਗਦੀ ਹੈ। ਹਾਂਜੀ ਬਿਲਕੁਲ, ਪਹਿਲੇ ਤੰਦੂਰੀ ਹੁੰਦੀ ਜਦੋਂ ਉਹਦੇ ਜਾਗ ਸ਼ੱਕ ਬਾਲ ਕੇ ਜਦੋਂ ਕੜਾ ਬਣ ਜਾਂਦਾ, ਉਹ ਕੜਾ ਉਹ ਜਿਸ ਟਾਈਮ ਲਾਲ ਕਲਰ ਉਹ ਜਿਸ ਟਾਈਮ ਮਸਲਨ ਕੋਈ ਤੰਦੂਰ ਵਾਲਾ ਉਗਾਇਆ ਕਰਦਾ, ਆਪਾਂ ਤੰਦੂਰ ਪਾਉਂਦੇ ਨੇ ਤਾਂ ਉਹ ਜਿਹੜੀ ਵਿਚਲੀ ਉਹ ਕੜੇ ਵਾਲੀ ਮਿੱਟੀ ਹੁੰਦੀ ਨਾ ਜੀ ਸਰ, ਉਹ ਮਿੱਟੀ ਹੋਣੀ ਚਾਹੀਦੀ ਜੀ। ਉਹਨੂੰ ਕੁੱਟ ਕੇ ਤੇ ਤੁਸੀਂ ਨਾ ਖੁੱਡੇ ਦੇ ਆਲੇ ਦੁਆਲੇ ਕਿਤੇ ਜਿੱਥੇ ਤੁਸੀਂ ਕਬੂਤਰ ਖੁੱਲੇ ਛੱਡਦੇ ਹੋ ਜਾਂ ਜਾਲ ਦੇ ਵਿੱਚ ਜੀ ਉਹ ਮਿੱਟੀ ਸੱਟੋ, ਪਿੱਲੀ ਇੱਟ ਲੱਭ ਜਾਵੇ। ਸਹੀ। ਅੱਜ ਇੱਕ ਕਈ ਮੇਰੇ ਦੋਸਤ ਬਾਬ ਨੇ ਜਿਹੜੇ ਕੇਰੀ ਇਸਤੇਮਾਲ ਕਰਦੇ ਨੇ, ਕੇਰੀ ਨਹੀਂ ਠੀਕ ਕੇਰੀ ਲੈ ਆਉਂਦੀ, ਉਹ ਨਹੀਂ ਸਹੀ। ਪਿੱਲੀ ਇੱਟ ਨਾ ਜੀ ਜਿਹੜੀ ਉਹ ਮਿਲ ਜਾਵੇ, ਉਹ ਤੁਸੀਂ ਤੋੜ ਕੇ ਉੱਥੇ ਸੱਟ ਦਿਓ। ਚੰਗੇ ਵਾਹਨ ਦੀ ਡਲੀ ਵਾਲੀ ਜਿਹੜੀ ਮਿੱਟੀ ਹੈ, ਸਾਦਾ ਮਿੱਟੀ ਜਿਹੜੀ ਚੀਕਨੀ ਮਿੱਟੀ ਜਿਹਨੂੰ ਪਹਿਲਾਂ ਨੋਟ ਫਾਰ ਜਿਹੜੀ, ਹਾਂਜੀ ਉਹ ਤੁਸੀਂ ਸੱਟੋ। ਮੁੰਜੀ ਦਾਨ ਜਿਹੜੀ ਦਾਨ ਹੈ ਜੀ, ਉਹ ਉਹਦੇ ਵਿੱਚ ਸੱਟੋ। ਮਿੱਠਾ ਸੋਡਾ ਤੇ ਕਾਲੀ ਮਿਰਚ ਉਹ ਉਹਦੇ ਵਿੱਚ ਲਾਜ਼ਮੀ ਸੱਟੋ। ਤੇ ਜਦੋਂ ਇਹ ਇੱਕ ਨਾ ਬਰਤਨ ਦੇ ਵਿੱਚ ਪਾ ਲਓ, ਵੈਸੇ ਜ਼ਮੀਨ ਦੇ ਉੱਤੇ ਇਹ ਤੁਸੀਂ ਸੱਟ ਦਿਓ। ਬਸ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈ, ਕਿਤਾਬਾ ਬਣਾ ਦੇ। ਹਾਂਜੀ, ਮਿਕਸ ਕਰਕੇ ਤੇ ਤੁਸੀਂ ਇੱਕ ਕੋਨੇ 'ਚ ਨਾ ਜੀ ਉਹ ਰੱਖ ਦਿਓ। ਇਹ ਸਰਦੀ ਦੇ ਵਿੱਚ ਕਬੂਤਰਾਂ ਨੂੰ ਇਹਦੀ ਬੜੀ ਜ਼ਰੂਰਤ ਹੁੰਦੀ ਹੈ। ਸਰਦੀ ਦੇ ਵਿੱਚ ਦਿਲ ਕਰਦਾ ਉਹਨਾਂ ਦਾ ਮਿੱਟੀ ਖਾਣ ਨੂੰ ਕਬੂਤਰਾਂ ਦਾ। ਇਹਦੇ ਜਿਹੜੇ ਫਾਇਦੇ ਨੇ ਜੀ, ਇੱਕ ਕਬੂਤਰ ਬੱਚਿਆਂ ਤੋਂ ਨਹੀਂ ਰੁਕੇਗਾ, ਬੁੱਤ ਪਾਉਣ ਨੂੰ, ਕਬੂਤਰੀਆਂ ਆਂਡੇ ਲਾਉਣਗੀਆਂ, ਠੀਕ ਹੈ। ਉਸ ਤੋਂ ਹਟ ਕੇ ਨਾ ਜੀ ਇਹ ਜਿਹੜੇ ਚਰਬੀ ਦੇ ਮਸਾਇਲ ਨੇ ਇਹ ਨਹੀਂ ਬਣਨਗੇ। ਜਿਹੜੇ ਚਰਬੀ ਵਾਂਦੇ ਨੇ ਕਬੂਤਰ ਦੇ ਨਹੀਂ, ਚਰਬੀ ਜਮ੍ਹਾਂ ਹੋ ਜਾਂਦੀ। ਅਕਸਰ ਕਬੂਤਰੀਆਂ ਜਾਂ ਕਬੂਤਰਾਂ ਦੇ ਆਪਾਂ ਨਾ ਬੈਕ ਸਾਈਡ ਤੇ ਵੇਨੇ ਜਿੱਥੇ ਆਪਾਂ ਵੇਨੇ ਜੀ ਕਬੂਤਰੀ ਨੇ ਜਿਹੜੀ ਆਂਡੇ ਤੋਂ ਬੰਦ ਹੋ ਜਾਂਦੀ ਤੇ ਉਹਦੀ ਚਰਬੀ ਬਣ ਜਾਂਦੀ, ਉਹ ਬਾਈ ਚਰਬੀ ਨਹੀਂ ਬਣੇਗੀ। ਤੇ ਮਿੱਠਾ ਸੋਡਾ ਤੇ ਕਾਲੀ ਮਿਰਚ ਜਿਹੜੀ ਉਹ ਵੀ ਵਿੱਚ ਜ਼ਰੂਰੀ ਹੈ ਜੀ। ਦੂਸਰੇ ਨੰਬਰ ਤੇ ਨਾ ਭਾਈ ਇੱਕ ਪਾਣੀ ਹੈ ਦੇਸੀ ਜਿਹਾ, ਅਦਰਕ ਹੈ, ਥੋਮ ਹੈ, ਪਿਆਜ਼ ਨੇ, ਸਬਜ਼ ਮਿਰਚ, ਇਹਨਾਂ ਨੂੰ ਉਬਾਲ ਲਓ। ਇਹਨਾਂ ਨੂੰ ਤੁਸੀਂ ਨਾ ਉਬਾਲ ਲਓ, ਉਬਾਲ ਕੇ ਤੇ ਇਹਨਾਂ ਦਾ ਪਾਣੀ ਬਣਾ ਲਓ। ਮਕਦਾਰ ਕਿੰਨੀ ਹੋਣੀ ਚਾਹੀਦੀ? ਤੁਸੀਂ ਪਾਈਆ ਲੈ ਲਓ ਜੀ ਅਦਰਕ,
ਪਾਈਆ ਤੁਸੀਂ ਥੋਮ ਲੈ ਲਓ, ਅੱਧਾ ਕਿਲੋ ਤੁਸੀਂ ਪਿਆਜ਼ ਲੈ ਲਓ, ਇੱਕ ਪਾਈਆ ਸਬਜ਼ ਮਿਰਚਾਂ ਜਿਹੜੀਆਂ ਸਹੀ ਹੈ। ਉਹ ਲੈ ਲਓ ਜੀ। ਇਹ ਕਿੰਨੇ ਪਾਣੀ 'ਚ ਜੀ? ਇਹ ਤੁਸੀਂ 4 ਕਿਲੋ ਪਾਣੀ 'ਚ ਉਬਾਲਣਾ ਸਹੀ ਸਾਰਾ ਸਿਸਟਮ ਜੀ। ਜਿਸ ਟਾਈਮ 1.5 ਕਿਲੋ ਰਹਿ ਜਾਵੇ ਨਾ, ਉਸ ਟਾਈਮ ਤੁਸੀਂ ਲਾ ਲੈਣਾ। ਸਹੀ। ਤੇ ਰੂਟੀਨ ਦੇ ਵਿੱਚ ਨਾ ਭਾਈ, ਜਿਹੜਾ ਪਾਣੀ ਤੁਸੀਂ ਕਬੂਤਰਾਂ ਨੂੰ ਪਿਆਉਂਦੇ ਜੀ, ਹਾਂਜੀ। ਅਗਰ ਤੁਹਾਡੇ ਕਬੂਤਰ ਖੁਸ਼ ਹੋ ਕੇ ਪੀ ਲੈਣ ਉਹ ਪਾਣੀ, 2 ਢੱਕਣ ਜਿਹੜੇ ਨੇ ਨਾ ਜੀ ਬੋਤਲ ਦੇ, ਅੱਛਾ, ਫਿਰ ਪਾਣੀ ਬਹਿ ਰੱਖ ਤੇ ਕੇ ਬਣਾ ਦੋ ਲੈ। ਢੱਕਣ ਉਹ ਦੋਰੀ ਦੇ ਵਿੱਚ ਜਾਂ ਜਿਹੜਾ ਅਸੀਂ ਅੱਛਾ, ਪਾਣੀ ਸਾਹਮਣੇ ਬਹਿ ਉਹਦੇ ਵਿੱਚ ਪਾ ਦੇਣਾ। ਹਾਂਜੀ ਉਹਦੇ 'ਚ ਤੁਸੀਂ ਪਾ ਦੇਣਾ। ਤੇ ਅਗਰ ਉਹ ਪੀ ਲੈਂਦੇ ਨੇ ਤੇ ਵੈਲ ਐਂਡ ਗੁੱਡ, ਅਗਰ ਨਹੀਂ ਪੀਂਦੇ ਤੇ ਹਫਤੇ ਦੇ ਵਿੱਚ ਇੱਕ ਵਾਰੀ ਤੁਸੀਂ ਕੋਸ਼ਿਸ਼ ਕਰੋ, ਇੱਕ ਗਲਾਸ ਦੇ ਵਿੱਚ ਇੱਕ ਢੱਕਣ ਉਹ ਪਾ ਕੇ 10-10 15-15 ਸੀਸੀ ਪਕੜ ਕੇ ਸਾਰੇ ਕਬੂਤਰਾਂ ਨੂੰ ਦੇ ਦਿਓ। ਸਾਰੇ ਕਬੂਤਰਾਂ ਨੂੰ। ਹਾਂਜੀ, ਉਹਦੇ 'ਚ ਕੀ ਹੋਏਗਾ, ਕਬੂਤਰ ਨੂੰ ਸਭ ਤੋਂ ਜ਼ਿਆਦਾ ਵੱਡਾ ਮਸਲਾ ਇਹਦਾ ਜੀ ਜਿਹੜਾ ਉਹ ਹੈ ਬਾਦੀ। ਸਹੀ। ਹੋਰ ਬਿਮਾਰੀ ਬਾਅਦ ਵਿੱਚ ਜਨਮ ਲੈਂਦੀ ਹੈ, ਬਾਦੀ ਸਭ ਤੋਂ ਪਹਿਲੇ। ਬਾਦੀ ਤੋਂ ਬਾਕੀ ਸਾਰੀ ਬਿਮਾਰੀਆਂ ਜਨਮ ਲੈਂਦੀਆਂ। ਸਹੀ। ਤੇ ਇਨਸ਼ਾਅੱਲਾ ਅਗਰ ਇਹ ਕੰਮ ਨਹੀਂ ਆਏਗਾ, ਬਾਦੀ ਨਹੀਂ ਕਬੂਤਰ ਦੇ ਜਿਸਮ 'ਚ ਰਹੇਗੀ, ਕਬੂਤਰ ਤੰਦਰੁਸਤ। ਅੱਛਾ ਸਰਦਾਰ, ਜਿਹੜਾ ਇਹ ਅੰਡਾ ਪੈ ਜਾਂਦਾ ਅੱਡਾ, ਹਾਂਜੀ, ਇਹਨਾਂ ਕੀ ਅੱਡੇ ਦਾ ਨਾ ਇਹ ਕਿਸੇ ਕਬੂਤਰ ਨੂੰ ਪੈਂਦਾ ਜੀ, ਤੇ ਪੈਂਦਾ ਹਮੇਸ਼ਾ ਚੰਗੇ ਨੂੰ। ਮੇਰੇ ਤੇ ਇੱਕ ਦੋ ਬਣਿਆ ਜੀ, ਤੇ ਚੰਗਾ ਹੀ ਕਬੂਤਰਾਂ ਨੂੰ, ਤੋਂ ਦਾ ਕੋਲ ਉਹਦਾ ਹੱਲ ਨਹੀਂ। ਗੱਲ ਕੋਈ ਇਹਦੀ ਵਜੂਹਾਤ ਕੀ ਹੁੰਦੀਆਂ ਨੇ ਅੱਡਾ ਪੈਣ ਦੀ? ਇਹ ਅੱਡਾ ਪੈਣ ਨਾਲ ਜੀ ਇੱਕ ਖਾਸ ਕਿਸਮ ਦਾ ਕਬੂਤਰ ਦੇ ਨਾਲ ਬਾਡੀ ਰਿਐਕਸ਼ਨ ਹੁੰਦਾ ਜੀ, ਇੱਕ ਜ਼ਖਮ ਟੈਪ ਉਹ ਅੰਦਰ ਉਹ ਬਣ ਜਾਂਦਾ ਜੀ, ਜਿਹਦੇ ਵਿੱਚ ਇੰਜੈਕਸ਼ਨ ਲਾ ਲੈਂਦੇ ਨੇ ਜੀ, ਕੋਈ ਡੈਕਾਡਰਾਨ ਲਾਉਂਦਾ, ਕੋਈ ਲੈਂਕੋਮਾਈਸਿਨ ਲਾਉਂਦਾ, ਕੁਛ ਅਰਸੇ ਲਈ ਨਾ ਉਹ ਦਬ ਜਾਂਦਾ, ਖੁਸ਼ਕ ਹੋ ਜਾਂਦਾ। ਲੇਕਿਨ 100% ਤੰਦਰੁਸਤ ਕਬੂਤਰ ਹੋ ਕੇ ਉੱਡਦਾ ਨਹੀਂ, ਮੈਂ ਨਹੀਂ ਜੀ ਦੇਖਿਆ। ਜੋਲੇ ਵਾਲਾ ਜਿਹੜਾ ਕਬੂਤਰ ਹੈ ਨਾ, ਜੋਲੇ ਦੀ ਕੋਈ ਖਾਸ ਇੱਕ ਸਟੇਜ ਜਿਹੜੀ ਹੁੰਦੀ ਹੈ, ਉਹ ਕਵਰ ਹੋ ਜਾਂਦੀ ਹੈ, ਕਬੂਤਰ ਉੱਡ ਪੈਂਦਾ। ਜਿਹਨੂੰ ਕੋਈ ਮਾੜਾ ਮੋਟਾ ਲਕਬਾ ਹੋਵੇ ਉਹਦੇ ਤੇ ਬੰਦੇ ਸਿਰ ਖਪਾਈ ਕਰਦੇ ਨੇ। ਲੇਕਿਨ ਅੱਡੇ ਵਾਲਾ ਜਿਹੜਾ ਕਬੂਤਰ ਹੈ ਨਾ ਜੀ, ਤੇ ਹੋ ਸਕਦਾ ਦੁਨੀਆ ਬੜੀ ਤੋਂ ਬੜੀ ਪਈ ਹੋਵੇ। ਸਰਦਾਰ ਜੀ ਲੇਕਿਨ ਮੇਰੇ ਕੋਲ ਜਿਹੜਾ ਨਾ ਜੀ, ਮੇਰੇ ਕੋਲ 3-4 ਕਬੂਤਰਾਂ ਨੂੰ ਇਹ ਸਿਸਟਮ ਹੋਇਆ। ਠੀਕ ਹੈ, ਮੈਡੀਕਲ ਇਲਾਜ ਵੀ ਕੀਤਾ ਹੈ, ਦੇਸੀ ਇਲਾਜ ਵੀ ਕੀਤਾ ਹੈ, ਤੇ ਇਹਦਾ ਕੋਈ ਹਾਂ ਬਰੀਡਰ ਰਹੇਗਾ, ਬੱਚੇ ਕੱਢੇਗਾ। ਤੇ ਮੈਂ ਅਕਸਰ ਇਹ ਆਨਾ ਹੁੰਦਾ ਜੀ, ਇਹ ਅੱਡਾ ਬਣ ਜਾਣਾ, ਜੋਲਾ ਹੋ ਜਾਣਾ, ਤੇ ਅੱਛੇ ਕਬੂਤਰ ਨੂੰ ਕਬੂਤਰ ਸੇਵ ਰਹਿ ਜਾਂਦਾ। ਅਗਰ ਤੰਦਰੁਸਤ ਕਬੂਤਰ ਤੁਹਾਡੇ ਕੋਲ ਹੈ ਤੇ ਤੁਹਾਡਾ ਕਦੀ ਨਾ ਕਦੀ ਉਹਨੂੰ ਉਡਾਉਣ ਨੂੰ ਦਿਲ ਕਰ ਪੈਂਦਾ। ਅਗਰ ਜੋਲਾ ਹੋ ਗਿਆ ਤੇ ਸਿਵਾ ਬੱਚਿਆਂ ਤੋਂ ਨਾ ਉਹ ਤੁਸੀਂ ਤੁਹਾਡੇ ਕਿਸੇ ਕੰਮ ਨਹੀਂ। ਉਹ ਅੱਛਾ ਕਬੂਤਰ ਹੈ ਤੇ ਤੁਸੀਂ ਉਹਨੂੰ ਜਾਨ ਨਾਲ ਅਜ਼ੀਜ਼ ਰੱਖੋਗੇ, ਉਹਦੇ ਬੱਚੇ ਕਢਾਓਗੇ, ਉਹਦੀ ਕੇਅਰ ਕਰੋਗੇ। ਮੇਰੇ ਕੋਲ ਤਕਰੀਬਨ ਐਸੇ ਕਬੂਤਰੀਆਂ ਹੈ ਨੇ ਜੀ, ਤੇ ਮੇਰੇ ਜਿਹੜੇ ਫੇਵਰੇਟ 5-6 ਜੋੜੇ ਨੇ, ਉਹਨਾਂ ਦੇ ਵਿੱਚੋਂ 2 ਜੋੜੇ ਜਿਹੜੇ ਨੇ ਉਹ ਐਸੇ ਨੇ ਝੋਲੇ ਵਾਲੇ। ਤੇ ਜਿਹੜੇ ਮੇਰੇ ਕੋਲ 8-7 ਸਾਲ ਤੋਂ ਉਹਨਾਂ ਨੂੰ ਝੋਲਾ ਹੈ, ਲੇਕਿਨ ਬੱਚੇ ਕੱਢ ਰਹੇ ਨੇ। ਤੇ ਮੈਂ ਜਿਸ ਟਾਈਮ ਉਹਨਾਂ ਨੂੰ ਵੇਖਣਾ ਤੇ ਮੈਂ ਨਾ ਇਹ ਵੀ ਅੱਲਾ ਦਾ ਇੱਕ ਤੋਹਫਾ ਹੈ, ਠੀਕ ਹੈ ਨਾ। ਅਗਰ ਉਹ ਬਿਮਾਰੀ ਨੂੰ ਮੈਂ ਜ਼ਹਿਮਤ ਦੇਣਾ ਤਾਂ ਹੋ ਸਕਦਾ ਕੋਈ ਹੋਰ ਕੰਮ ਮੇਰੇ ਤੋਂ ਹੋ ਜਾਂਦਾ, ਕਬੂਤਰ ਮੇਰੇ ਕੋਲ ਜ਼ਾਇਆ ਹੋ ਜਾਂਦੇ। ਤੇ ਲੇਕਿਨ ਅੱਜ ਉਹ ਮੇਰੇ ਕੋਲ ਬਰੀਡ ਕਰ ਰਹੇ ਨੇ, ਮੈਂ ਉਹਨਾਂ ਦੇ ਬੱਚੇ ਪੱਠੇ ਪੱਠੀਆਂ ਉਡਾ ਰਿਹਾ, ਤੇ ਮੇਰਾ ਸ਼ੌਕ ਜਿੰਦਾ ਹੈ। ਸਰਦਾਰ ਜੀ ਕਿੰਨੇ ਅਰਸੇ ਤੋਂ ਸ਼ੌਕ ਕਰ ਰਹੇ ਹੋ ਤੁਸੀਂ? ਮੇਰੇ ਜੀ ਬਜ਼ੁਰਗਾਂ ਦਾ ਸ਼ੌਕ ਸੀ, ਦਾਦਾ ਜੀ ਦਾ, ਉਸ ਤੋਂ ਬਾਅਦ ਮੇਰੇ ਵਾਲਿਦ ਸਾਹਿਬ ਨੂੰ, ਵਾਲਿਦ ਸਾਹਿਬ ਤੋਂ ਬਾਅਦ ਜੀ ਮੈਨੂੰ ਕਬੂਤਰਾਂ ਦਾ ਸ਼ੌਕ ਬਹੁਤ ਘੱਟ ਸੀ ਜੀ। ਕਬੂਤਰਾਂ ਦਾ ਜਿਹੜਾ ਸ਼ੌਕ ਨਾ ਜੀ ਮੈਨੂੰ ਬਹੁਤ ਘੱਟ ਸੀ। ਮੁਰਗਿਆਂ ਦਾ ਸ਼ੌਕ ਮੈਨੂੰ ਜ਼ਿਆਦਾ ਸੀ, ਮੁਰਗਿਆਂ ਦੀ ਖੇਚਲੀ ਮੈਂ ਜ਼ਿਆਦਾ ਕਰ ਲੈਂਦਾ ਸਾਂ, ਤੇ ਜ਼ਿਆਦਾ ਸ਼ੌਕ ਨਾਲ ਮੁਰਗਿਆਂ ਨੂੰ ਪਾਲਣਾ ਤੇ ਜ਼ਿਆਦਾ ਤਾਦਾਦ ਵਿੱਚ ਰੱਖਣੀ। ਮੇਰੇ ਕੋਲ ਮਸਲਨ ਕਬੂਤਰ 65-70 ਜਾਂ 100 ਹੈ ਨਾ, ਤੇ ਮੈਂ ਮੁਰਗਿਆਂ ਦਾ ਸ਼ੌਕ ਵੀ ਇਸ ਲੈਵਲ ਤੱਕ ਕਰਦਾ ਕਿ ਮੇਰੇ ਕੋਲ 80-85-90 ਮੁਰਗੀਆਂ ਹੁੰਦੇ ਸਨ। ਤੇ ਹੁਣ ਮਸਲਨ ਮੇਰਾ ਨਾ ਜੀ 2-3 ਸਾਲ ਤੋਂ ਕਬੂਤਰਾਂ ਵਾਲੇ ਪਾਸੇ ਧਿਆਨ ਕੁਛ ਕੁਕੜਾਂ ਦੀ ਨਿਸਬਤ ਜ਼ਿਆਦਾ ਆ ਗਿਆ। ਹੁਣ ਕੁਕੜਾਂ ਦਾ ਸ਼ੌਕ ਕਰ ਰਿਹਾ। ਸਰਦਾਰ ਜੀ ਇੰਡੀਆ 'ਚ ਬੇਸਿਕਲੀ ਤੁਸੀਂ ਕਿਹੜੇ ਪਿੰਡ ਦੇ ਨਸ਼ੀ? ਸਾਡਾ ਪਿੰਡ ਵਟੂਆ ਕਲਾਂ ਸੀ ਜੀ, ਸਹੀ। ਭੀਮ ਕੇ ਵਟੂਆ, ਭੀਮ ਕੇ ਵਟੂ ਅਸੀਂ ਹਾਂ ਜੀ। ਉਸ ਟਾਈਮ ਜ਼ਿਲ੍ਹਾ ਫਿਰੋਜ਼ਪੁਰ ਸੀ, ਤਹਿਸੀਲ ਸੀ ਮੁਕਤਸਰ। ਅੱਜ ਕੱਲ੍ਹ ਜ਼ਿਲ੍ਹਾ ਹੈ ਮੁਕਤਸਰ, ਪਿੰਡ ਵਟੂਆ ਕਲਾਂ ਅੱਜ ਵੀ ਇਸੇ ਨਾਮ ਤੋਂ ਜੀ, ਪਿੰਡ ਵਟੂਆ ਕਲਾਂ ਹੋਇਆ। ਤੇ ਉੱਥੇ ਹੁਣ ਵੀ ਸ਼ੌਕ ਹੋ ਰਿਹਾ ਜਿਸ ਟਾਈਮ। ਹਾਂਜੀ ਹੁਣ ਵੀ ਉੱਥੇ ਇੱਕ ਦੋਸਤ ਮੇਰਾ ਸਰਦਾਰ ਬਲਜੀਤ ਸਿੰਘ, ਖੁਖਰ ਬਰਾਦਰੀ ਨਾਲ ਉਹਦਾ ਤਲਕ, ਗੱਪਸ਼ਪ ਉਹਦੇ ਨਾਲ ਹੁੰਦੀ ਹੈ।
ਤੇ ਉਹ ਮੈਨੂੰ ਦੱਸ ਰਿਹਾ ਸੀ ਕਿ ਭਾਈ ਥੋੜੇ ਜਿਹੇ ਅਰਸੇ ਤੋਂ ਸ਼ੌਕ ਦੁਬਾਰਾ ਸ਼ੁਰੂ ਕੀਤਾ ਹੈ ਤੇ ਠੀਕ ਨੇ ਜੀ, ਪੁਆਇੰਟ ਸ਼ਾਇਦ ਦੜੇ ਛੜੇ ਉੱਥੇ ਉੱਡ ਰਹੇ ਨੇ। ਅੱਛਾ ਸਰਦਾਰ ਜੀ, ਇੱਕ ਸਵਾਲ ਸੀ ਕਿ ਤੁਹਾਡੇ ਦਾਦਾ ਅੱਬੂ ਵੀ ਲੈ ਕੇ ਆਏ ਸਨ, ਇੰਡੀਆ ਤੋਂ ਕਬੂਤਰ ਲੈ ਕੇ ਆਏ ਸਨ। ਜੀ ਸਾਡੇ ਤੇ ਇਹ ਮਸ਼ਹੂਰ ਹੈ ਕਿ ਸਰਦਾਰ ਸਦੀਕ ਇੰਡੀਆ ਤੋਂ ਲੈ ਕੇ ਆਏ ਸੀ ਕਬੂਤਰ, ਜਾਂ ਇਹਦੇ ਬਾਰੇ ਕੋਈ ਥੋੜਾ ਜਿਹਾ ਰੋਸ਼ਨੀ ਪਾਓਗੇ 2-4 ਮਿੰਟ ਤੁਸੀਂ? ਜੇ ਇਰਫਾਨ ਭਾਈ ਸਰਦਾਰ ਸਦੀਕ ਸਾਹਿਬ, ਅੱਲਾ ਉਹਨਾਂ ਨੂੰ ਜੰਨਤ ਦੇਵੇ, ਉਹਨਾਂ ਬੜੀ ਜਿੱਦਤ ਤੇ ਸ਼ੌਕ 'ਚ ਲਿਆਂਦੀ ਸੀ। ਸਰਦਾਰ ਸਦੀਕ ਸੀ, ਬਾਬਾ ਸ਼ਰੀਫ ਸੀ, ਬਾਬਾ ਜਾਨ ਮੁਹੰਮਦ ਸੀ, ਮੇਰੇ ਦਾਦਾ ਜੀ ਹੋਰੀ ਸਨ, ਸਾਡੇ ਦਾਦਾ ਜੀ ਤੱਕ ਸਰਦਾਰ ਗੌਰ ਅਲੀ ਭੱਟੂ ਸਾਹਿਬ, ਸਹੀ। ਤੇ ਉਹਨਾਂ ਜੀ ਕਬੂਤਰ ਲਿਆਂਦੇ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਦੇ ਵਿੱਚ। ਉਹ ਫਿਰ ਇੰਝ ਹੋ ਜਾਂਦਾ ਇਰਫਾਨ ਭਾਈ ਕਿ ਹੁਣ ਫੇਸਬੁੱਕ ਦਾ ਜਾਂ YouTube ਦਾ ਆਇਆ, ਜਿੱਦਤ ਆ ਗਈ ਸ਼ੌਕ ਨੂੰ। ਉਸ ਟਾਈਮ ਦੇ ਵਿੱਚ ਨਾ ਹਰ ਬੰਦਾ ਆਪਦੇ ਇਲਾਕੇ ਤੱਕ ਹੀ ਮਹਦੂਦ ਸੀ। ਪੂਰੇ ਪੰਜਾਬ ਦੇ ਵਿੱਚ ਇਹਨਾਂ 3-4 ਬੰਦਿਆਂ ਦੇ ਕਬੂਤਰ ਨੇ ਜੀ, ਠੀਕ ਹੈ। ਉਹਨਾਂ 3-4 ਬੰਦਿਆਂ ਤੇ ਮਸਲਨ ਪੂਰੇ ਪੰਜਾਬ ਦੇ ਕਬੂਤਰ ਬਣੇ ਨੇ ਜੀ, ਤੇ ਉਹ ਨਸਲਾਂ ਚੱਲ ਰਹੀਆਂ ਨੇ। ਸਾਡੇ ਬਜ਼ੁਰਗ ਜਿਹੜੇ ਸਨ ਤੇ ਬਾਬਾ ਜਾਨ ਮੁਹੰਮਦ ਸੀ, ਉਹ ਸਾਡੇ ਤਾਂਦਲੇ ਫੈਸਲਾਬਾਦ ਦੇ ਇਲਾਕੇ 'ਚ ਸਨ, ਤੇ ਉਹਨਾਂ ਨੇ ਸ਼ੌਕ ਇੱਥੇ ਸਰਦਾਰ ਉਹਨਾਂ ਆਪਣੇ ਇਲਾਕੇ ਦੇ ਵਿੱਚ, ਤੇ ਬਾਬੇ ਸ਼ਰੀਫ ਉਹਨਾਂ ਆਪਣੇ ਇਲਾਕੇ ਦੇ ਵਿੱਚ, ਹਾਂ ਬੇਲੀ ਸਨ, ਸਹੇਲੀਆਂ ਸਨ, ਇਹ ਜ਼ਰੂਰ ਇਕੱਠੇ ਹੁੰਦੇ ਸੀ। ਇਲਾਕੇ ਦਾ ਸ਼ੌਕ ਇਕੱਠਾ ਹੋਵੇ ਜਾਂ ਨਾ ਸ਼ਿਕਾਰੀ, ਉਸ ਟਾਈਮ ਦੀ ਇੰਨੀ ਜਿੱਦਤ ਹੀ ਨਹੀਂ ਸੀ ਸ਼ੌਕ ਦੇ ਵਿੱਚ, ਤੇ ਆਪਦੇ ਸ਼ੌਕ ਨੂੰ ਆਪਣੇ ਘਰ ਪਿੰਡ ਦੇ ਵਿੱਚ ਸ਼ੌਕ ਕਰਵਾ ਰਹੇ ਸਨ, ਬਾਕੀ ਸਾਰੇ ਆਪੋ ਆਪਦੇ ਸ਼ੌਕ ਕਰਵਾ ਰਹੇ ਸਨ। ਤੇ ਹੁਣ ਤਾਂ ਇਰਫਾਨ ਭਾਈ ਹਰ ਬੰਦੇ ਕੋਲੇ ਸ਼ੌਕ ਵੀ ਚੰਗਾ ਹੈ, ਪੈਸਾ ਵੀ ਹੈ, ਤੇ ਹਰ ਇਲਾਕੇ ਦੇ ਵਿੱਚ ਹਰ ਜਗ੍ਹਾ ਤੇ ਪੁਆਇੰਟ ਉੱਡ ਰਹੇ ਨੇ। ਇਹ ਸਰਦਾਰ ਜੀ, ਜਦੋਂ ਇਹ ਸਾਰੇ ਦੋਸਤ ਹੈਗੇ ਸਨ, ਜਦੋਂ ਅਲੱਗਾ ਹੋ ਗਿਆ, ਫਿਰ ਬਾਅਦ ਸੀਜ਼ਨਲੀ ਇਕੱਠੇ ਹੁੰਦੇ ਸਨ, ਜਾਂ ਕੋਈ 6 ਮਹੀਨੇ ਬਾਅਦ, ਸਾਲ ਬਾਅਦ ਜਿਹੜਾ ਇਹਨਾਂ ਦਾ ਕੋਈ ਹੁੰਦਾ ਸੀ ਕਿ ਦੋਸਤ ਇਕੱਠੇ ਹੋ ਜਾਣਾ ਸ਼ੌਕ ਦੇ ਹਵਾਲੇ ਦੇ ਨਾਲ, ਜਾਂ ਵੈਸੇ ਖੁਸ਼ੀ ਗਮੀ ਤੇ? ਇਰਫਾਨ ਭਾਈ ਖੁਸ਼ੀ ਗਮੀ ਹੁੰਦੀ ਸੀ, ਉਹਦੇ ਵਿੱਚ ਆ ਕੇ ਸ਼ੌਕ ਸ਼ਿਕਾਰ ਦੀ ਵੀ ਗੱਲਬਾਤ ਕਰ ਲੈਣੀ, ਠੀਕ ਹੈ। ਬਰਾਗਤ ਸੀ, ਖੁਸ਼ੀ ਗਮੀ ਇੱਕ ਦੂਜੇ ਦੀ ਅਟੈਂਡ ਕਰਨੀ। ਤੇ ਜਿਵੇਂ ਮੈਂ ਤੁਹਾਨੂੰ ਦੱਸਦਾ ਪਿਆ ਵੀ ਉਸ ਵੇਲੇ ਦੌਰ ਸੀ ਪੈਦਲ ਜ਼ਿਆਦਾ, ਜਾਂ ਬੇੜੀਆਂ ਛੇੜੀਆਂ ਵਾਲਾ ਜਾਂ ਘੋੜਿਆਂ ਵਾਲਾ, ਤੇ ਇੰਨਾ ਟਾਈਮ ਨਹੀਂ ਸੀ ਕਿ ਹਰ ਦੂਜੇ ਚੌਥੇ ਮਹੀਨੇ ਜਿਹੜਾ ਨਾ ਬੰਦਾ ਕਿਸੇ ਕੋਲੇ ਜਾਵੇ। ਸਾਲ 'ਚ ਇੱਕ ਅੱਧਾ ਫੇਰਾ ਗੇੜਾ ਲੱਗਦਾ ਸੀ, ਇਹਨਾਂ ਦਾ ਲੱਗ ਜਾਣਾ ਜਾਂ ਉਹਨਾਂ ਦਾ ਲੱਗ ਜਾਣਾ, ਤੇ ਸ਼ੌਕ ਸ਼ਿਕਾਰ ਦੇ ਹਵਾਲੇ ਨਾਲ ਹੀ ਹੋ ਜਾਣੀ, ਖੈਰ ਖਰੀਅਤ ਦੂਸਰੇ ਲਿਹਾਜ਼ ਨਾਲ ਵੀ ਹੋ ਜਾਣੀ। ਤੇ ਸਰਦਾਰ ਜੀ, ਤੁਹਾਡੀ ਮੈਂ ਗੱਲ ਕਰ ਰਿਹਾ ਕਿ ਇਹ ਤੁਸੀਂ ਸ਼ੌਕ ਕਿੱਥੇ ਕਰਦੇ ਹੋ ਆਪਣਾ, ਜਿਹੜਾ ਨਾ ਆਪਣੇ ਪਿੰਡ ਦਾ, ਜਿੱਥੇ ਤੁਸੀਂ ਦੜੇ ਉਡਾਉਂਦੇ ਹੋ ਜਾਂ ਪੁਆਇੰਟ ਉਡਾਉਂਦੇ ਹੋ? ਮੇਰਾ ਜੀ ਪਿੰਡ 540 ਸਰਾਵਾਂ, ਸਹੀ ਜੀ, ਜਿੱਥੇ ਕਿ ਸਾਡੇ ਪਿੰਡ ਦੇ ਵਿੱਚ ਸਭ ਤੋਂ ਪਹਿਲੇ ਦੜੇ ਸਾਡੇ ਬਜ਼ੁਰਗਾਂ ਨੇ ਉਡਵਾਉਣੇ ਸ਼ੁਰੂ ਕੀਤੇ। ਫਿਰ ਰਾਤੇ ਤਾਨ ਸਿੰਘ ਚ ਬਾਬੇ ਜਾਨ ਮੁਹੰਮਦ ਕੇ 470 ਪਿੰਡ ਸੀ, ਉੱਥੇ ਉੱਡਣ ਲੱਗ ਪਏ। ਤੇ ਉਸ ਤੋਂ ਬਾਅਦ ਨਾ ਜੀ ਜਿੱਦਤ ਆਈ ਹੈ 455 ਕੰਜਵਾਣੇ, 455 ਕਿਲੋਮੀਟਰ। ਹਾਂਜੀ, ਕਾਫੀ ਅਰਸੇ ਬਾਅਦ ਫਿਰ ਨਾ ਜੀ ਉੱਥੇ ਪੁਆਇੰਟ ਉੱਡਣੇ ਸ਼ੁਰੂ ਹੋ ਗਏ, ਤੇ ਪੰਜਾਬ ਦੇ ਸਾਰੇ ਸ਼ਿਕਾਰੀ ਆਣੇ ਸ਼ੁਰੂ ਹੋ ਗਏ। ਸਾਡੇ ਪਿੰਡ ਤੋਂ ਬਾਅਦ ਕੰਜਵਾਣੀ ਦੇ ਵਿੱਚ ਨਾ ਜੀ ਅੱਛਾ ਸ਼ੌਕ ਹੋਇਆ, ਤੇ ਅਸੀਂ ਕਾਪਰੇਟ ਕਰਵਾਉਣ ਦੇ ਸਭ ਬਿਲਕੁਲ ਨਾਲ ਹੁੰਦੇ ਸਨ, ਆਪ ਐਂਟਰੀ ਵੀ ਲੈਣੀ, ਸਾਰਾ ਸਿਸਟਮ ਵੀ ਵੇਖਣਾ ਬਾਲਣਾ ਨੂੰ। ਤੇ ਮਾਸ਼ਾਅੱਲਾ ਉੱਥੇ ਕੰਜਵਾਣੀ ਵਾਲੇ ਭਾਈਆਂ ਨੂੰ ਲਿਆਕਤ ਬਲੋਚ ਸੀ, ਜਵੇਦ ਖਾਨ ਸੀ ਭਾਈ, ਉਹਨਾਂ ਬਹੁਤ ਅੱਛਾ ਸ਼ੌਕ ਕਰਵਾਇਆ। 25-25 ਹਜ਼ਾਰ ਵਾਲੇ ਪੁਆਇੰਟ ਪਹਿਲੀ ਵਾਰੀ ਕੰਜਵਾਣੀ ਦੇ ਵਿੱਚ ਆਏ, ਬੜੇ ਅੱਛੇ ਜਿਹੜੇ ਨੇ ਜੀ ਸ਼ੌਕ ਨਾਲ ਕਬੂਤਰ ਉੱਡੇ। ਲੇਕਿਨ ਪੂਰੇ ਪੰਜਾਬ ਦੇ ਵਿੱਚ ਉਹਨਾਂ ਪੁਆਇੰਟਾਂ ਦੀ ਧੁੰਮ ਪਈ ਗਈ। ਉਹਨਾਂ ਪੁਆਇੰਟਾਂ ਨੂੰ ਵੇਖਦੇ ਹੋਇਆ ਹੁਣ ਇਸ ਟਾਈਮ ਮੇਰਾ ਖਿਆਲ ਹੈ 20,000 ਜਾਂ 25,000 ਐਂਟਰੀ ਵਾਲੇ 4-5 ਜਗ੍ਹਾ ਤੇ ਪੁਆਇੰਟ ਉੱਡ ਰਹੇ ਨੇ ਪੰਜਾਬ ਦੇ ਵਿੱਚ। ਪਹਿਲੇ ਉਹ ਬਾਅਦ ਇੱਕੋ ਹੀ ਸੀ। ਇੱਕ ਜਵਾਨੀ ਸਰਦਾਰ ਜੀ, ਉਹਨਾਂ ਪੁਆਇੰਟਾਂ ਦੀ ਤੁਹਾਨੂੰ ਵੀ ਅੱਲਾਹ ਤਾਲਾ ਨੇ ਇੱਜ਼ਤ ਦਿੱਤੀ, ਕੋਈ ਵਿਨ ਹੋਏ ਤੁਸੀਂ ਪੁਆਇੰਟ? ਜੀ ਅਲਹਮਦੁਲਿਲਾ ਜੀ, ਕੰਜਵਾਣੀ ਮੇਰਾ ਜੀ ਫੇਵਰੇਟ ਪਿੰਡ। ਮੈਂ ਆਖ ਲਓ ਕਿ ਮੇਰਾ ਜਿਹੜਾ ਹੋਮ ਗਰਾਊਂਡ ਹੈ ਨਾ 540 ਸਰਾਵਾਂ ਵਾਲਾ, ਉਹਦੇ ਨਾਲੋਂ ਵੀ ਮੈਨੂੰ ਫੇਵਰੇਟ ਹੈ ਜੀ। ਹਾਂਜੀ, 25,000 ਵਾਲੇ ਪੁਆਇੰਟ ਜਿਸ ਟਾਈਮ ਉੱਡੇ ਸੀ ਨਾ ਜੀ, ਉਹਦੇ ਵਿੱਚ 5 ਪੁਆਇੰਟਾਂ ਦੇ ਵਿੱਚ 3 ਪੁਆਇੰਟ ਆਪਾਂ ਜੀ ਵਿਨ ਕੀਤੇ ਸੀ, ਤੇ ਮੈਂ ਤੇ ਮੇਰਾ ਚਾਚਾ ਬਰਾਬਰ ਹੁੰਦੇ ਨੇ ਸਾਡੇ। ਕਿਹੜੇ ਸਨ? ਇਹ ਅੱਜ ਤੋਂ ਤਕਰੀਬਨ 3 ਸਾਲ ਪਹਿਲੇ ਦੀ ਗੱਲ ਹੈ। ਇਹ ਕਰੋਨਾ ਦੀ ਲਹਿਰ 'ਚ 1 ਸਾਲ ਪਹਿਲੇ ਦੀ ਗੱਲ ਹੈ। 2 ਸਾਲ ਹੁਣ ਕਰੋਨਾ ਨੇ ਗੁਜ਼ਰ ਗਏ, 1 ਸਾਲ ਵਿੱਚ ਗਏ, ਮਤਲਬ 4 ਸਾਲ ਪਹਿਲੇ ਦੀ ਇਹ ਗੱਲ ਹੈ। ਹੈਲੋ,
ਜੇ ਤੁਸੀਂ ਤੇ ਤੁਹਾਡੇ ਚਾਚਾ ਬਰਾਬਰ ਹੁੰਦੇ ਹੋ। ਹਾਂਜੀ ਮੈਂ ਕਿਹਾ ਰਾਤ ਨੂੰ ਕਾਲ ਕੀਤੀ ਸੀ ਮੈਂ ਭਾਈਆਂ ਨੂੰ। ਤੇ ਬਹੁਤ ਸ਼ੁਕਰੀਆ ਸਰਦਾਰ ਜੀ, ਤੁਸੀਂ ਸਾਨੂੰ ਟਾਈਮ ਦਿੱਤਾ, ਸਾਡੇ ਕੋਲ ਆਏ ਸਪੈਸ਼ਲ। ਅੱਛਾ ਅੱਛਾ ਮੁਹੱਬਤਾਂ ਸਾਨੂੰ ਬੜੀ ਖੁਸ਼ੀ ਹੋਈ, ਸਾਡੇ ਦੋਸਤ ਸਾਰੇ ਮਿਲੇ। ਅੱਛਾ ਹੁਣ ਤੇ ਗੇਮ ਇਨਸ਼ਾਅੱਲਾ ਤੇ ਜੀ ਹੋ। ਮਿਲਦੇ ਰਵਾਂਗੇ ਜੀ। इंशाल्लाह ਚਲੋ ਸਰਦਾਰ ਸਾਹਿਬ ਆਏ ਸੀ, ਮੈਂ ਕਿਹਾ ਸਲਾਮ अलैकुम करा देंगे आगे। जी दोस्तों, ये थे हमारे सरदार सलीम जुबैर फिलहाल तो भट्टू सुन खड़ोते फैसलाबाद भाई से। इरफान तो के पास माशाल्लाह रखते थे। बहुत अच्छे अंदाज में गुफ्तगू हुई। तो आने शायद तो हम लोग आप करने हमारी जाते वीडियो हैं। सारी देखा करें, एंड तक देखा करें, और हमारे चैनल को सब्सक्राइब लाजमी कौन करें जी? और हमें हाँ। सपोर्ट करें। कमेंट्स में हाँ। अपनी राय का आधार भी ज़रूर किया करें। वस्सलाम।